So now we will continue with velocity. Velocity is the time rate of change. So time rate of change of displacement of an object ਸੋ ਟਾਈਮ ਰੇਟ ਆਫ ਚੇਂਜ ਮਤਲਬ ਟਾਈਮ ਦੇ ਨਾਲ ਹੁਣ ਉੱਥੇ ਜਿਹੜੀ ਸਪੀਡ ਸੀ ਉਹ 'ਚ ਡਿਸਟੈਂਸ ਸੀਗਾ, ਹੁਣ ਇੱਥੇ ਟਾਈਮ ਰੇਟ ਜਿਹੜਾ ਹੈਗਾ ਰੇਟ ਆਫ ਚੇਂਜ ਦੇਖਣਾ ਆਪਾਂ ਕਿਹਦਾ ਦੇਖਣਾ ਡਿਸਪਲੇਸਮੈਂਟ ਦਾ। ਸੋ ਜਿੱਦਾਂ ਆਪਾਂ ਕਿਹਾ ਸੀ ਕਿ ਯੂਨਿਟਰੀ ਮੈਥਡ ਲਗਾ ਕੇ ਆਪਾਂ ਦੇਖਦੇ ਹਾਂ ਕਿ ਬਈ ਆਪਣੇ ਕੋਲ ਟੀ ਟਾਈਮ ਦੇ ਵਿੱਚ ਕਿੰਨੀ ਡਿਸਪਲੇਸਮੈਂਟ ਹੁੰਦੀ ਆ, ਮੰਨ ਲਓ ਐਸ ਡਿਸਪਲੇਸਮੈਂਟ ਹੁੰਦੀ ਆ ਤੇ ਇੱਕ ਟਾਈਮ ਦੇ ਵਿੱਚ ਕਿੰਨੀ ਡਿਸਪਲੇਸਮੈਂਟ ਹੋਗੀ ਐਸ ਬਟਾ ਟੀ। ਸੋ ਇਹ ਜਿਹੜੀ ਐਸ ਬਟਾ ਟੀ ਆ ਡਿਸਪਲੇਸਮੈਂਟ ਓਵਰ ਟਾਈਮ, ਸੋ ਦਿਸ ਇਜ਼ ਓਵਰ velocity. So velocity is by definition mathematically we write in physics whenever you write a definition you have to write the formula also. ਸੋ ਜਦੋਂ ਵੀ ਤੁਸੀਂ ਕੋਈ ਡੈਫੀਨੇਸ਼ਨ ਪਰਿਭਾਸ਼ਾ ਲਿਖਦੇ ਹੋ ਕਿਸੇ ਵੀ ਫਿਜ਼ੀਕਲ ਭੌਤਿਕ ਰਾਸ਼ੀ ਦੀ, ਫਿਜ਼ੀਕਲ ਕੁਆਂਟੀਟੀ ਦੀ, ਤਾਂ ਤੁਹਾਨੂੰ ਉਹਦੇ ਨਾਲ ਉਹਦੀ ਮੈਥੇਮੈਟੀਕਲ ਹਿਸਾਬੀ ਕਿਤਾਬੀ ਕਿੱਦਾਂ ਉਹ ਗੱਲ ਲਿਖੀ ਜਾਂਦੀ ਆ ਉਹ ਵੀ ਲਿਖਣਾ ਪੈਂਦਾ ਵਾ। ਸੋ ਡਿਸਪਲੇਸਮੈਂਟ ਡਿਵਾਈਡ ਬਾਏ ਟਾਈਮ। ਸੋ ਡਿਸਪਲੇਸਮੈਂਟ ਅਤੇ ਟਾਈਮ ਦੀ ਜਿਹੜੀ ਰੇਸ਼ੋ ਆ ਉਹਨੂੰ ਅਸੀਂ ਜਿਹੜਾ ਅਨੁਪਾਤ ਆ ਉਹਨੂੰ ਅਸੀਂ ਵੈਲੋਸਿਟੀ ਕਹਿੰਦੇ ਹਾਂ। ਸੋ ਯੂਨਿਟ ਇਹਦੇ ਵੀ ਉਹੀ ਮੀਟਰ ਪਰ ਸੈਕਿੰਡ ਬਣਨਗੇ, ਮੀਟਰ ਪਰ ਸੈਕਿੰਡ ਉਹੀ ਕਿਲੋਮੀਟਰ ਪਰ ਆਵਰ ਬਣਨਗੇ। ਸੋ ਜਿਹੜੀ ਗੱਲ ਆਪਾਂ ਆਲਰੇਡੀ ਸਪੀਡ 'ਚ ਕਰ ਚੁੱਕੇ ਹਾਂ ਯੂਨਿਟ ਹੋਈ ਆ। ਹਾਂ ਹੁਣ ਇਹ ਵੈਕਟਰ ਕੁਆਂਟੀਟੀ ਆ, ਸੋ ਇਸ ਵੈਕਟਰ ਕੁਆਂਟੀਟੀ। ਸੋ ਵੈਕਟਰ ਇਹ ਵੈਕਟਰ ਆ, ਇਹਦੀ ਦਿਸ਼ਾ ਆ, ਕਿਉਂਕਿ ਇਹਦੇ ਵਿੱਚ ਡਿਸਪਲੇਸਮੈਂਟ ਆਈ ਆ ਡਿਸਪਲੇਸਮੈਂਟ। ਸੋ ਜੇ ਆਪਾਂ ਹੁਣ ਯਾਦ ਹੋਵੇ ਤਾਂ ਆਪਾਂ ਕਿਹਾ ਸੀ ਕਿ ਮੰਨ ਲਓ ਇੱਕ ਏ ਪੁਆਇੰਟ ਆ ਇੱਕ ਬੀ ਪੁਆਇੰਟ ਆ ਅਤੇ ਕੋਈ ਬੋਡੀ ਜਿਹੜੀ ਹੈਗੀ ਆ ਉਹ ਇਸ ਤਰ੍ਹਾਂ ਮੰਨ ਲਓ ਮੂਵ ਕੀਤੀ ਆ ਏ ਤੋਂ ਬੀ, ਤਾਂ ਡਿਸਟੈਂਸ ਉਹਦਾ ਆਹ ਜਿਹੜਾ ਵੀ ਸੀਗਾ ਟੋਟਲ ਰਸਤਾ ਕੁੱਲ ਲੰਬਾਈ ਜਿਹੜੀ ਆ ਰਸਤੇ ਦੀ ਲੰਬਾਈ, ਪਰ ਜਿਹੜੀ ਡਿਸਪਲੇਸਮੈਂਟ ਆ ਉਹ ਇੱਕ ਡਾਇਰੈਕਸ਼ਨ ਹੁੰਦੀ ਆ ਉਹਦੀ ਵੀ ਕਿੱਧਰੋਂ ਕਿੱਧਰ ਨੂੰ ਗਏ ਹੈਗੇ ਆ। ਸੋ ਦਿਸ ਇਜ਼ ਡਿਸਪਲੇਸਮੈਂਟ। ਇਹ 'ਚ ਤੁਸੀਂ ਸੱਚੀ ਮੁੱਚੀ ਗਏ ਆ ਜਾਂ ਨਹੀਂ ਗਏ ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ, ਪਰ ਇਹ ਆ ਕਿ ਏ ਤੋਂ ਬੀ ਦੇ ਵਿੱਚ ਜੇ ਆਪਾਂ ਸਿੱਧੀ ਲਕੀਰ ਪਾਈਏ ਤਾਂ ਆਹ ਲਕੀਰ ਬਣਦੀ ਆ ਅਤੇ ਇਹ ਸਾਡੀ ਡਿਸਪਲੇਸਮੈਂਟ ਆ। ਹੁਣ ਇਹ ਤੁਹਾਡਾ ਰਸਤਾ ਤੁਸੀਂ ਇੱਥੇ ਤੁਰੇ ਸੀ, ਇੱਥੇ ਨਦੀ ਵਗਦੀ ਸੀ, ਇੱਥੇ ਪਹਾੜ ਸੀ, ਤੁਸੀਂ ਇੱਥੇ ਗਏ ਸੀ ਜਾਂ ਨਹੀਂ ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ। ਸੋ ਇਹ ਰਸਤਾ ਏ ਤੋਂ ਬੀ ਤੱਕ ਇੱਕ ਸਿੱਧੀ ਲਕੀਰ ਵਾਹ ਕੇ ਅਸੀਂ ਜਿਹੜਾ ਰਸਤਾ ਲੈਂਦੇ ਹਾਂ ਇਹਨੂੰ ਅਸੀਂ ਡਿਸਪਲੇਸਮੈਂਟ ਕਹਿੰਦੇ ਹਾਂ। ਜਦੋਂ ਇੱਕ ਵਸਤੂ ਏ ਪੁਆਇੰਟ ਤੋਂ ਬੀ ਪੁਆਇੰਟ ਤੱਕ ਪਹੁੰਚ ਜਾਂਦੀ ਆ ਤਾਂ ਏ ਤੋਂ ਬੀ ਤੱਕ ਜਿਹੜੇ ਸਟ੍ਰੇਟ ਪਾਥ ਆ ਸ਼ੋਰਟੈਸਟ ਡਿਸਟੈਂਸ ਬਿਟਵੀਨ ਏ ਐਂਡ ਬੀ ਹੈਗਾ ਦੈਟ ਇਜ਼ ਨੋਨ ਐਜ਼ ਡਿਸਪਲੇਸਮੈਂਟ। ਕਿਉਂਕਿ ਇਹਦੀ ਡਾਇਰੈਕਸ਼ਨ ਦੱਸਣੀ ਪੈਂਦੀ ਆ, ਆਪਾਂ ਨੂੰ ਦੱਸਣਾ ਪੈਂਦਾ ਕਿ ਏ ਤੋਂ ਬੀ ਵਾਲੇ ਪਾਸੇ ਨੂੰ ਗਏ ਆ, ਇਸ ਕਰਕੇ ਡਿਸਪਲੇਸਮੈਂਟ ਦੀ ਡਾਇਰੈਕਸ਼ਨ ਹੁੰਦੀ ਆ। ਅਤੇ ਟਾਈਮ ਤਾਂ ਇੱਕ ਸਕੇਲਰ ਕੁਆਂਟੀਟੀ ਆ। ਸੋ ਦੇਅਰਫੋਰ ਵੈਲੋਸਿਟੀ ਜਿਹੜਾ ਹੈਗਾ ਉਹ ਡਿਸਪਲੇਸਮੈਂਟ ਜਿਹਦੀ ਖੁਦ ਦੀ ਇੱਕ ਡਾਇਰੈਕਸ਼ਨ ਆ, ਇਸ ਲਈ ਵੈਲੋਸਿਟੀ ਦੀ ਵੀ ਡਾਇਰੈਕਸ਼ਨ ਹੁੰਦੀ ਆ। ਇਸ ਲਈ ਵੈਲੋਸਿਟੀ ਦੀ ਡਾਇਰੈਕਸ਼ਨ ਏ ਤੋਂ ਬੀ ਵਾਲੇ ਪਾਸੇ ਹੈਗੀ ਆ। ਸੋ ਇਹਦੇ ਨਾਲ ਇਹਦੀ ਡਾਇਰੈਕਸ਼ਨ ਜੁੜੀ ਹੋਈ ਹੈ। ਇਕੱਲਾ ਮੈਗਨੀਚਿਊਡ, ਮੈਗਨੀਚਿਊਡ ਮੈਨੇ ਮਿਕਦਾਰ, ਸੋ ਮੈਗਨੀਚਿਊਡ ਇੱਕ ਅੱਖਰ ਆ ਗਿਆ, ਮੈਗਨੀਚਿਊਡ ਅੱਗੇ ਵੀ ਆਊਗਾ ਵੈਸੇ। ਸੋ ਮੈਗਨੀਚਿਊਡ ਇੱਕ ਅੱਖਰ ਆ ਗਿਆ, ਇਹਦਾ ਮਤਲਬ ਮਾਤਰਾ ਮਿਕਦਾਰ। ਸੋ ਇਹ ਮਾਤਰਾ ਕਿੰਨੀ ਜ਼ਿਆਦਾ ਨੰਬਰਾਂ ਦੇ ਵਿੱਚ ਕਿੰਨਾ, ਜਿਹਨੂੰ ਅਸੀਂ ਦੱਸ ਸਕਦੇ ਹਾਂ ਵੀ ਕਿੰਨਾ 50 15 25 13 10 2 -3। ਸੋ ਇਹ ਜਿਹੜਾ ਹੈਗਾ ਇਹ ਮਾਤਰਾ ਵਾ ਉਹਦੀ ਨੰਬਰਾਂ 'ਚ ਦੱਸਿਆ ਅਤੇ ਦਿਸ਼ਾ ਉਹਦੇ ਨਾਲ ਜੁੜੀ। ਸੋ ਜਦੋਂ ਮੈਗਨੀਚਿਊਡ ਪਲੱਸ ਡਾਇਰੈਕਸ਼ਨ ਦੋ ਗੱਲਾਂ ਹੋ ਜਾਂਦੀਆਂ ਤਾਂ ਫਿਰ ਉਹ ਸਦਿਸ਼ ਰਾਸ਼ੀ ਹੋ ਜਾਂਦੀ ਆ। ਮੈਗਨੀਚਿਊਡ ਅਤੇ ਡਾਇਰੈਕਸ਼ਨ ਦੋ ਗੱਲਾਂ ਇਕੱਠੀਆਂ ਦੱਸਣੀਆਂ ਪੈਣ, ਦੋ ਗੱਲਾਂ ਨੂੰ ਜੁੜ ਕੇ ਇੱਕ ਗੱਲ ਬਣੇ ਤਾਂ ਫਿਰ ਉਹ ਵੈਕਟਰ ਕੁਆਂਟੀਟੀ ਹੁੰਦੀ ਆ। ਸੋ ਇਸ ਵੈਕਟਰ ਕੁਆਂਟੀਟੀ। ਸੋ ਵੈਲੋਸਿਟੀ ਜਿਹੜੀ ਆ ਉਹ ਵੈਕਟਰ ਕੁਆਂਟੀਟੀ ਆ। ਫਿਜ਼ੀਕਲ ਕੁਆਂਟੀਟੀ ਤਾਂ ਹੈਗੀ ਆ ਬਟ ਦਿਸ ਫਿਜ਼ੀਕਲ ਕੁਆਂਟੀਟੀ ਹੈਜ਼ ਮੈਗਨੀਚਿਊਡ ਐਜ਼ ਵੈਲ ਐਜ਼ ਡਾਇਰੈਕਸ਼ਨ। ਜਿੰਨੀ ਦੇਰ ਅਸੀਂ ਦੋਨੋਂ ਗੱਲਾਂ ਨਹੀਂ ਦੱਸਦੇ ਉਨੀ ਦੇਰ ਅਸੀਂ ਪੂਰੀ ਗੱਲ ਨਹੀਂ ਦੱਸਦੇ। ਜੇ ਇਕੱਲਾ ਤੁਸੀਂ ਮੈਗਨੀਚਿਊਡ ਬੋਲ ਦਿੰਦੇ ਆ ਤਾਂ ਫਿਰ ਤੁਸੀਂ ਵੈਲੋਸਿਟੀ ਨਹੀਂ ਦੱਸਦੇ ਪਏ ਕਿਉਂਕਿ ਤੁਸੀਂ ਡਾਇਰੈਕਸ਼ਨ ਨਹੀਂ ਦੱਸਦੇ ਪਏ ਨਾਲ। ਜੇ ਤੁਸੀਂ ਨਾਲ ਉਹਦੀ ਡਾਇਰੈਕਸ਼ਨ ਬੋਲੋਗੇ ਨਾਲ ਉਹਦਾ ਨੰਬਰ ਬੋਲੋਗੇ ਫਿਰ ਤੁਸੀਂ ਦੱਸਦੇ ਪਏ ਆ। ਜੇ ਤੁਸੀਂ ਦੱਸਦੇ ਪਏ ਆ ਕਿ ਜਿਹੜੀ ਸਪੀਡ ਆ ਏ ਤੋਂ ਬੀ ਵਾਲੇ ਪਾਸੇ ਨੂੰ ਆ ਤਾਂ ਉਹਦੀ ਸਪੀਡ ਜਿਹੜੀ ਹੈਗੀ ਆ ਉਹ 50, ਤੁਸੀਂ ਸਪੀਡ ਕਹਿ ਰਹੇ ਹੋ 50 ਮੀਟਰ ਪਰ ਸਪੀਡ ਤਾਂ ਉਹੀ ਆ ਕਿ ਤੁਸੀਂ 1 ਸੈਕਿੰਡ 'ਚ 50 ਮੀਟਰ ਦੂਰ ਗਏ, ਇਹ ਸਪੀਡ ਬਣ ਗਈ। ਪਰ ਜੇ ਤੁਸੀਂ ਕਹਿ ਤਾ ਕਿ 50 ਮੀਟਰ ਪਰ ਸੈਕਿੰਡ ਏ ਤੋਂ ਬੀ ਵੱਲ ਨੂੰ ਗਏ ਤਾਂ ਫਿਰ ਇਹ ਪੂਰੀ ਗੱਲ ਹੁਣ ਵੈਲੋਸਿਟੀ ਬਣ ਗਈ।
ਸੋ ਬੇਸਿਕਲੀ ਵੈਲੋਸਿਟੀ ਦੇ ਵਿੱਚ ਆਪਣੇ ਕੋਲ ਇਹੀ ਫਰਕ ਪੈਂਦਾ ਕਿ ਉਹ ਇੱਕ ਤਾਂ ਉਹ ਡਿਸਪਲੇਸਮੈਂਟ ਬਟਾ ਟਾਈਮ ਹੁੰਦੀ ਆ, ਇੱਕ ਜਿਹੜਾ ਹੈਗਾ ਇਹਦੇ ਨਾਲ ਡਾਇਰੈਕਸ਼ਨ ਦੱਸਣੀ ਜ਼ਰੂਰੀ ਹੁੰਦੀ ਆ। ਸੋ ਮੇਨ ਜਿਹੜਾ ਡਿਫਰੈਂਸ ਆ ਸਪੀਡ ਤੇ ਵੈਲੋਸਿਟੀ ਵਿੱਚ ਉਹ ਇੱਥੇ ਹੀ ਆ ਕੇ ਪੈ ਜਾਂਦਾ ਕਿ ਇਹ ਵੈਕਟਰ ਆ ਵੈਲੋਸਿਟੀ ਤੇ ਜਿਹੜੀ ਸਪੀਡ ਆ ਉਹ ਆਪਣੇ ਕੋਲ ਸਕੇਲਰ ਹੈ ਸੀ। ਸੋ ਬੇਸਿਕਲੀ ਜੇ ਆਪਾਂ ਕਹੀਏ ਕਿ ਹੁਣ ਆਪਣਾ ਜਿਹੜਾ ਚੈਪਟਰ ਇਹ ਚੱਲਦਾ ਪਿਆ ਮੋਸ਼ਨ ਇਨ ਸਟ੍ਰੇਟ ਲਾਈਨ ਚੱਲਦਾ ਪਿਆ, ਕਿਉਂਕਿ ਸਾਡੀ ਮੋਸ਼ਨ ਆ ਜਿਹੜੀ ਉਹ ਸਟ੍ਰੇਟ ਲਾਈਨ ਵਿੱਚ ਹੋਣੀ ਆ। ਸਟ੍ਰੇਟ ਲਾਈਨ ਸੋ ਮੀਨਸ ਯੂਨੀ ਡਾਇਰੈਕਸ਼ਨਲ ਜਾਂ ਵਨ ਡਾਇਮੈਂਸ਼ਨਲ ਮੋਸ਼ਨ ਆ। ਸੋ ਦਿਸ ਇਜ਼ ਵਨ ਡਾਇਮੈਂਸ਼ਨਲ ਮੋਸ਼ਨ। ਸੋ ਵਨ ਡਾਇਮੈਂਸ਼ਨਲ ਮੋਸ਼ਨ ਆ, ਅਸੀਂ ਇੱਕ ਸਟ੍ਰੇਟ ਲਾਈਨ ਮੋਸ਼ਨ ਦੀ ਗੱਲ ਕਰਦੇ ਪਏ ਹਾਂ। ਇਸ ਲਈ ਜੇ ਆਪਾਂ A ਪੁਆਇੰਟ ਤੋਂ ਚੱਲੇ ਤੇ B ਪੁਆਇੰਟ ਤੇ ਪਹੁੰਚੇ ਤਾਂ ਸਾਡਾ ਡਿਸਟੈਂਸ ਐਂਡ ਡਿਸਪਲੇਸਮੈਂਟ ਦੇ ਬਿਕਮ ਇਕੁਅਲ। ਸੋ ਉਸ ਹਾਲਤ ਦੇ ਵਿੱਚ ਆਪਣਾ ਡਿਸਟੈਂਸ ਤੇ ਡਿਸਪਲੇਸਮੈਂਟ ਜਿਹੜੇ ਹੈਗੇ ਆ ਉਹ ਇਕੁਅਲ ਹੋ ਜਾਣਗੇ ਇਨ ਮੈਗਨੀਟਿਊਡ। ਹੁਣ ਦੇਖੋ ਵਸਤੂ ਜਿਹੜੀ B ਤੋਂ A ਵਾਲੇ ਪਾਸੇ ਵੀ ਆ ਸਕਦੀ ਆ। ਜੋ B ਤੋਂ A ਵਾਲੇ ਪਾਸੇ ਆਏਗੀ ਤਾਂ ਡਿਸਪਲੇਸਮੈਂਟ ਦੀ ਡਾਇਰੈਕਸ਼ਨ ਚੇਂਜ ਹੋ ਜਾਣੀ ਆ। ਸੋ ਜੇ B ਤੋਂ A ਵੱਲ ਨੂੰ ਆਏ ਆਪਾਂ ਤਾਂ B ਤੋਂ A ਵੱਲ ਨੂੰ ਆਏ ਤਾਂ ਫਿਰ ਡਾਇਰੈਕਸ਼ਨ ਚੇਂਜ ਹੋ ਗਈ। ਬੇਸ਼ੱਕ ਡਿਸਟੈਂਸ ਤੇ ਡਿਸਪਲੇਸਮੈਂਟ ਮੈਗਨੀਟਿਊਡ 'ਚ ਬਰਾਬਰ ਆ ਪਰ ਡਾਇਰੈਕਸ਼ਨ ਦਾ ਫਰਕ ਪੈ ਰਿਹਾ। ਸੋ ਇੱਥੇ ਜਿਹੜੀ ਡਾਇਰੈਕਸ਼ਨ ਆ A to B ਆ, ਇੱਥੇ ਡਾਇਰੈਕਸ਼ਨ ਜਿਹੜੀ B to A ਹੈਗੀ। ਅਸੀਂ ਜਲੰਧਰ ਤੋਂ ਅੰਮ੍ਰਿਤਸਰ ਗਏ ਕਿ ਅਸੀਂ ਅੰਮ੍ਰਿਤਸਰ ਤੋਂ ਜਲੰਧਰ ਆਏ, ਫਰਕ ਆ ਨਾ। ਅੰਮ੍ਰਿਤਸਰ ਪਹੁੰਚੇ ਆ ਕਿ ਜਲੰਧਰ ਪਹੁੰਚੇ ਆ, ਫਰਕ ਪੈ ਗਿਆ ਨਾ। ਸੋ A ਤੋਂ B ਜਾਣਾ ਤੇ B ਤੋਂ A ਆਉਣਾ ਦੇ ਵਿੱਚ ਫਰਕ ਆ। ਇਸ ਲਈ ਜਿਹੜੀ ਡਾਇਰੈਕਸ਼ਨ ਆ ਉਹਦੇ ਨਾਲ ਫਰਕ ਪੈਣਾ ਵਾ। ਡਿਸਟੈਂਸ ਤੇ ਡਿਸਪਲੇਸਮੈਂਟ ਮੈਗਨੀਟਿਊਡ ਵਾਈਜ਼ ਸੇਮ ਹੈਗੇ ਆ। ਇਸ ਕਰਕੇ ਜਦੋਂ ਮੈਗਨੀਟਿਊਡ ਵਾਈਜ਼ ਅਸੀਂ ਸਪੀਡ ਤੇ ਵੈਲੋਸਿਟੀ ਦੀ ਗੱਲ ਕਰਨੀ ਆ ਤੇ ਸਪੀਡ ਦਾ ਮੈਗਨੀਟਿਊਡ ਤੇ ਵੈਲੋਸਿਟੀ ਦਾ ਮੈਗਨੀਟਿਊਡ ਆ ਦੋ ਡੰਡੇ ਇਹਨੂੰ ਮੋਡੂਲਸ ਕਹਿੰਦੇ ਆ। ਸਿੱਧੇ ਡੰਡੇ ਪਾਣੇ ਆ, ਇਹ ਸਟ੍ਰੇਟ ਹੈਗੇ ਆ। ਸੋ ਦਿਸ ਇਜ਼ ਮੋਡੂਲਸ। ਸੋ ਇਹਨੂੰ ਅਸੀਂ ਕਹਿੰਦੇ ਆ ਕਿ ਮੋਡੂਲਸ ਆਫ ਸਪੀਡ ਤੇ ਮੋਡੂਲਸ ਆਫ ਵੈਲੋਸਿਟੀ ਜਿਹੜੇ ਆ ਜਦੋਂ ਅਸੀਂ ਸਟ੍ਰੇਟ ਲਾਈਨ ਮੋਸ਼ਨ ਦੀ ਗੱਲ ਕਰਦੇ ਪਏ ਆ। ਸਟ੍ਰੇਟ ਲਾਈਨ ਮੋਸ਼ਨ, ਕਿਉਂਕਿ ਚੈਪਟਰ ਸਾਡਾ ਸਟ੍ਰੇਟ ਲਾਈਨ ਮੋਸ਼ਨ ਦੇ ਨਾਲ ਸੰਬੰਧ ਹੀ ਰੱਖਦਾ, ਪਰ ਸਪੀਡ ਤੇ ਵੈਲੋਸਿਟੀ ਦਾ ਕਨਸੈਪਟ ਸਮਝਣ ਲਈ ਅਸੀਂ ਟੇਢੇ ਮੇਢੇ ਰਸਤਿਆਂ ਤੇ ਚੱਲ ਗਏ ਸੀ। ਪਰ ਹੁਣ ਕਿਉਂਕਿ ਅਸੀਂ ਫਿਲਹਾਲ ਇਹ ਚੈਪਟਰ ਦਾ ਨਾਂ ਹੀ ਸਟ੍ਰੇਟ ਲਾਈਨ ਮੋਸ਼ਨ ਵਾਲਾ ਚੈਪਟਰ ਆ, ਸੋ ਵੀ ਵਿਲ continue with the straight line motion. So therefore straight line motion ਵਿੱਚ ਧਿਆਨ ਦੇਣਾ ਕਿ magnitude of distance ਤੇ magnitude of displacement can be equal. speed ਦਾ magnitude ਤੇ velocity ਦਾ magnitude ਵੀ ਬਰਾਬਰ ਹੋ ਸਕਦੇ ਆ। ਕੰਡੀਸ਼ਨ ਕੀ ਹੈ ਕਿ A ਤੋਂ B ਗਏ ਸਿੱਧੇ ਗਏ, B ਤੋਂ A ਗਏ ਸਿੱਧੇ ਗਏ, ਡਾਇਰੈਕਸ਼ਨ ਦਾ ਫਰਕ ਆ, ਠੀਕ ਆ ਦਿਸ ਥਿੰਗ। ਬਟ ਇੱਥੇ ਹੁਣ ਕੀ ਪ੍ਰੋਬਲਮ ਆਣੀ ਆ? ਇੱਥੇ ਪ੍ਰੋਬਲਮ ਇਹ ਆਣੀ ਆ ਕਿ ਮੰਨ ਲਓ ਅਸੀਂ A ਤੋਂ B ਗਏ, A ਤੋਂ ਤੁਰੇ B ਤੇ ਪਹੁੰਚੇ, ਠੀਕ ਆ। ਅਸੀਂ ਫਿਰ B ਤੋਂ ਵਾਪਸ ਆ ਗਏ, ਠੀਕ ਹੈ। ਸੋ ਨਾਓ ਸੇ ਅਸੀਂ B ਤੋਂ ਵਾਪਸ ਆਏ, B ਤੋਂ ਅਸੀਂ ਇੱਥੇ ਤੱਕ ਵਾਪਸ ਆ ਗਏ C ਪੁਆਇੰਟ ਤੱਕ। ਮਤਲਬ ਉਹੀ ਸੜਕ ਉਹੀ ਆ, ਇੱਕੋ ਹੀ ਸੜਕ ਆ, ਉਹਨੂੰ ਅਲੱਗ ਮੈਂ ਦਿਖਾ ਰਿਹਾ ਤਾਂ ਕਿ ਕਨਫਿਊਜ਼ਨ ਨਾ ਹੋਵੇ। ਸੋ ਅਸੀਂ B ਤੋਂ C ਵਾਪਸ ਆ ਗਏ। ਮੰਨ ਲਓ ਕਿ ਆਪਾਂ ਪ੍ਰੈਕਟੀਕਲੀ ਲੈ ਲਈਏ ਕਿ A ਤੋਂ B ਤੱਕ ਜਿਹੜੀ ਦੂਰੀ ਸੀ ਉਹ 100 ਮੀਟਰ ਸੀ। ਅਸੀਂ 100 ਮੀਟਰ ਦੂਰ ਗਏ B ਤੱਕ। ਫਿਰ ਅਸੀਂ B ਤੋਂ C ਤੱਕ ਵਾਪਸ ਆ ਗਏ, ਮੰਨ ਲਓ 30 ਮੀਟਰ ਦੂਰ ਵਾਪਸ ਆ ਗਏ। ਸੋ ਇੱਥੋਂ ਲੈ ਕੇ ਇੱਥੇ ਤੱਕ ਜਿਹੜਾ ਵਾਪਸੀ ਆਈ ਉਹ B ਤੋਂ C 30 ਮੀਟਰ ਵਾਪਸ ਆਏ। ਇਹਦਾ ਮਤਲਬ A ਤੇ C ਵਿੱਚ ਜਿਹੜੀ ਆਹ ਦੂਰੀ ਬਚੀ ਉਹ ਕਿੰਨੀ ਬਚੀ? ਉਹ ਬਚੀ ਆਪਣੇ ਕੋਲ 70 ਮੀਟਰ। ਹੁਣ ਜੇ ਆਪਾਂ AC ਦੀ ਗੱਲ ਕਰੀਏ, A ਤੋਂ C, ਤਾਂ A ਤੋਂ C ਜੇ ਆਪਾਂ ਗੱਲ ਕਰੀਏ ਤਾਂ ਇਸ ਵੇਲੇ ਡਿਸਪਲੇਸਮੈਂਟ ਕਿੰਨੀ ਆ? ਇਸ ਵੇਲੇ ਡਿਸਪਲੇਸਮੈਂਟ 70 ਮੀਟਰ ਆ। ਤੇ ਡਿਸਟੈਂਸ ਕਿੰਨਾ ਵਾ A ਤੋਂ C? ਡਿਸਟੈਂਸ A ਤੋਂ C, ਕਿਉਂਕਿ ਪਹਿਲਾਂ A ਤੋਂ B ਗਏ ਫਿਰ B ਤੋਂ C ਆਏ। ਇਹਦਾ ਮਤਲਬ 100 ਪਹਿਲਾਂ ਗਏ ਫਿਰ 30 ਵਾਪਸ ਆਏ ਤੇ 130 ਜਿਹੜਾ ਮੀਟਰ ਆ ਉਹ ਡਿਸਟੈਂਸ ਆ। ਸੋ ਡਿਸਟੈਂਸ ਜਿਹੜਾ ਹੈਗਾ, ਸੋ ਦਿਸ ਇਜ਼ ਡਿਸਟੈਂਸ, ਸੋ ਦਿਸ ਇਜ਼ ਡਿਸਪਲੇਸਮੈਂਟ। ਸੋ ਡਿਸਪਲੇਸਮੈਂਟ ਜਿਹੜਾ ਹੈਗਾ ਵਾ ਉਹ 70 ਮੀਟਰ ਆ ਤੇ ਡਿਸਟੈਂਸ ਜਿਹੜਾ ਹੈਗਾ ਉਹ 130 ਮੀਟਰ ਆ। ਸੋ ਇਹ ਗੱਲ ਆਪਾਂ ਇੱਥੇ ਧਿਆਨ ਦੇਣੀ ਆ। ਹੁਣ ਟਾਈਮ ਜਦੋਂ C ਤੇ ਪਹੁੰਚੇ, ਘੜੀ ਦਾ ਟਾਈਮ ਜਦੋਂ A ਤੇ ਸੀ, A ਤੇ ਮੰਨ ਲਓ ਤੁਹਾਡੇ ਕੋਲ 12 ਵਜੇ ਸੀ, ਆਪਾਂ 1 ਵਜਾ ਲੈਂਦੇ ਹਾਂ, 1 ਵਜਿਆ ਸੀ। ਤੇ ਜਦੋਂ ਅਸੀਂ B ਤੇ ਪਹੁੰਚੇ, ਜਾਂ ਆਪਾਂ ਕਹਿ ਸਕਦੇ ਹਾਂ ਕਿਉਂਕਿ ਥੋੜ੍ਹੀ ਦੂਰ ਹੀ ਗਏ ਆ, ਸੋ ਪ੍ਰੈਕਟੀਕਲੀ ਲੈਣਾ ਵਾ ਤਾਂ ਫਿਰ ਅਸੀਂ ਕਹਿੰਦੇ ਇਹਨੂੰ 0 ਹੀ ਮੰਨ ਲਓ ਸਿੱਧਾ। ਤੇ ਇੱਥੇ ਲਾ ਲਓ B ਤੱਕ ਪਹੁੰਚਣ ਲੱਗੇ ਆਪਣੇ T ਜਿਹੜਾ 0 ਆ ਉਹ 0 ਹੀ ਲੈ ਲੈਂਦੇ ਆ। ਤੇ T1 ਜਿਹੜਾ ਹੈਗਾ ਉਹ ਸਾਡੇ ਕੋਲ ਮੰਨ ਲਓ ਕੋਈ 100 ਮੀਟਰ ਦੂਰ ਗਏ ਹੈਗੇ ਆ। ਤੇ ਯੂ ਕੈਨ ਸੇ ਕਿ ਵੀ ਇਹ 1 ਸੈਂਟੀਮੀਟਰ ਹੀ ਉਹਦੇ ਹਿਸਾਬ ਨਾਲ। ਸੋ ਪ੍ਰੈਕਟੀਕਲੀ ਆਪਾਂ ਕਹਿੰਦੇ ਲਈ ਚਲੋ, ਸੋ 100 ਸੈਕਿੰਡ ਹੀ ਲੈ ਲੈਂਦੇ ਹਾਂ ਆਪਾਂ ਇਹਨੂੰ, 100 ਸੈਕਿੰਡ।
ਵੀ 100 ਸੈਕਿੰਡ ਲੱਗੇ, ਮਤਲਬ ਠੀਕ ਠੀਕ ਸਪੀਡ 'ਤੇ ਜਾ ਰਹੇ ਹਾਂ। ਅਤੇ B ਤੋਂ C 'ਤੇ ਵਾਪਸ ਆਏ ਅਤੇ ਸਾਡੇ ਕੋਲ ਮੰਨ ਲਓ ਕਿ T2 ਜਿਹੜਾ ਘੜੀ ਉਹੀ ਘੜੀ ਚਾਲੂ ਰੱਖੀ ਆਪਾਂ, 100 ਸੈਕਿੰਡ ਤੋਂ ਬਾਅਦ ਘੜੀ ਥੋੜ੍ਹੀ ਰੁਕੂਗੀ, ਘੜੀ ਤਾਂ ਚੱਲਦੀ ਰਹਿਣੀ ਆ। ਮੰਨ ਲਓ ਕਿ 130 ਸੈਕਿੰਡ ਇੱਥੇ ਹੋ ਗਏ। ਫੋਰ ਕਨਵੀਨੀਅੰਸ ਮੈਂ ਸਿੱਧਾ ਹਿਸਾਬ ਰੱਖ ਲਿਆ ਵਾ। ਇਹਦਾ ਮਤਲਬ ਕਿ ਉਹਨੇ 100 ਸਕਿੰਟਾਂ 'ਚ 100 ਮੀਟਰ ਦੂਰੀ ਤੈਅ ਕੀਤੀ ਆ ਅਤੇ 30 ਸਕਿੰਟਾਂ ਵਿੱਚ ਅਗਲੇ 30 ਦੂਰੀ ਤੈਅ ਕੀਤੀ ਆ। ਮਤਲਬ 130 ਮੀਟਰ ਜਿਹੜਾ ਡਿਸਟੈਂਸ ਆ ਉਹਨੂੰ ਟਾਈਮ ਉਹਨੇ ਕਿੰਨਾ ਲਾਇਆ, ਟੋਟਲ 130 ਸੈਕਿੰਡ ਹੀ ਲਾਇਆ ਵਾ। ਸੋ 130 ਸਕਿੰਟਾਂ 'ਚ 130 ਮੀਟਰ ਹੀ ਦੂਰ ਗਿਆ ਵਾ, ਅਤੇ ਇਹਦਾ ਮਤਲਬ 1 ਸੈਕਿੰਡ ਵਿੱਚ ਉਹ 130/130 ਮੀਟਰ ਪਰ ਸੈਕਿੰਡ, ਮਤਲਬ 1 ਮੀਟਰ ਪਰ ਸੈਕਿੰਡ ਦੀ ਰਫਤਾਰ ਆ ਉਹਦੀ। ਸੋ ਇਸ ਢੰਗ ਨਾਲ ਉਹ ਜਿਹੜੀ ਬੋਡੀ ਆ ਉਹ ਟਰੈਵਲ ਕਰਦੀ ਪਈ ਆ। ਸੋ 1 ਮੀਟਰ ਪਰ ਸੈਕਿੰਡ। ਸੋ ਇਹਦਾ ਮਤਲਬ ਆ ਕਿ ਇਹ ਕੀ ਦੱਸਦਾ ਪਿਆ ਮੈਂ, ਇਹ ਡਿਸਟੈਂਸ ਦੀ ਗੱਲ ਹੋ ਰਹੀ ਹੈ 130। ਇਹਦਾ ਮਤਲਬ ਸਪੀਡ ਆ ਉਹਦੀ। ਪਰ ਜੇ ਆਪਾਂ ਹੁਣ ਇੱਥੇ ਵੈਲੋਸਿਟੀ ਦੀ ਗੱਲ ਕਰੀਏ ਤਾਂ ਵੈਲੋਸਿਟੀ ਦੇ ਹਿਸਾਬ ਨਾਲ ਜੇ ਆਪਾਂ C ਪੁਆਇੰਟ 'ਤੇ ਜਦੋਂ ਪਹੁੰਚੇ ਹਾਂ ਤਾਂ AC ਡਿਸਪਲੇਸਮੈਂਟ ਹੈਗਾ ਵਾ 70 ਮੀਟਰ, ਅਤੇ ਟਾਈਮ ਤਾਂ ਉਦੋਂ ਵੀ 130 ਹੀ ਲੱਗਾ। ਇਹਦਾ ਮਤਲਬ ਉਸ ਵੇਲੇ ਜੇ ਆਪਾਂ ਵੈਲੋਸਿਟੀ ਕੈਲਕੂਲੇਟ ਕਰਾਂਗੇ ਤਾਂ ਡਿਸਪਲੇਸਮੈਂਟ C ਪੁਆਇੰਟ 'ਤੇ A to C ਵਾਲੇ ਪੁਆਇੰਟ ਦੀ ਜਿਹੜੀ ਆ ਉਦੋਂ ਜਿਹੜੀ ਹੈਗੀ ਆ ਉਹ 70 ਹੈਗੀ ਆ ਡਿਸਪਲੇਸਮੈਂਟ, ਅਤੇ ਟਾਈਮ ਤਾਂ 130 ਹੀ ਲੱਗਿਆ ਵਾ। ਸੋ ਇਹਦਾ ਮੀਟਰ ਸੈਕਿੰਡ। ਸੋ ਇੱਥੋਂ ਫਿਰ ਜੋ ਵੀ ਕੈਲਕੂਲੇਸ਼ਨ ਕਰਕੇ ਤੁਹਾਡੇ ਕੋਲ ਆਨਸਰ ਆਊਗਾ। ਸੋ ਇਹ ਤੁਹਾਡੀ ਉਸ ਵੇਲੇ ਵੈਲੋਸਿਟੀ ਹੈ। ਮਤਲਬ ਵੈਲੋਸਿਟੀ ਜਿਹੜੀ ਹੈਗੀ ਹੈ, ਜੇ ਤਾਂ ਤੁਸੀਂ ਇੱਕੋ ਹੀ ਡਾਇਰੈਕਸ਼ਨ ਰੱਖੀ ਸੀ A ਤੋਂ B, ਬਸ ਗੱਲ ਖਤਮ, ਵਾਪਸ ਨਹੀਂ ਆਏ ਸੀ, ਉਸ ਵੇਲੇ ਡਿਸਟੈਂਸ ਡਿਸਪਲੇਸਮੈਂਟ ਬਰਾਬਰ ਸੀ, ਉਸ ਵੇਲੇ ਸਪੀਡ ਅਤੇ ਵੈਲੋਸਿਟੀ ਵੀ ਬਰਾਬਰ ਸੀ ਮੈਗਨੀਚਿਊਡ ਵਾਈਜ਼। ਪਰ ਜੇ ਤੁਸੀਂ ਵਾਪਸ ਆ ਗਏ, ਉਸੇ ਰਸਤੇ 'ਤੇ ਜਾ ਕੇ ਵਾਪਸ ਆ ਗਏ, ਤਾਂ ਫਿਰ ਤੁਹਾਡੀ ਡਿਸਪਲੇਸਮੈਂਟ 'ਚ ਵੀ ਫਰਕ ਪੈ ਗਿਆ। ਡਿਸਪਲੇਸਮੈਂਟ 70 ਮੀਟਰ ਰਹਿ ਗਈ ਅਤੇ ਵੈਲੋਸਿਟੀ ਵੀ ਤੁਹਾਡੀ ਜਿਹੜੀ ਆ ਉਹ ਬਦਲ ਗਈ, ਉਹਦੇ ਨਾਲੋਂ ਡਿਫਰੈਂਟ ਹੋ ਗਈ ਜਿਹੜੀ ਸੀ ਸਪੀਡ 'ਤੇ। ਸੋ ਦਿਸ ਇਜ਼ ਯੋਰ ਸਪੀਡ। ਸੋ ਸਪੀਡ ਅਤੇ ਵੈਲੋਸਿਟੀ ਜਿਹੜੀ ਹੈਗੀ ਆ, ਸੋ ਦੇ ਬਿਕਮ ਡਿਫਰੈਂਟ। ਠੀਕ ਆ। ਸੋ ਇਹ ਗੱਲ ਜਿਹੜੀ ਹੈਗੀ ਹੈ ਤੁਹਾਨੂੰ ਪ੍ਰੈਕਟਿਸ ਦੇ ਨਾਲ ਸਮਝ ਲੱਗਣੀ ਆ। ਜਦੋਂ ਤੁਸੀਂ ਕਾਫੀ ਪ੍ਰੈਕਟਿਸ ਕਰ ਲਓਗੇ ਕਿ ਵੀ ਤੁਹਾਡਾ ਜਿਹੜਾ ਉਹ ਕਿਸ ਤਰ੍ਹਾਂ ਸਿਸਟਮ ਚੱਲਦਾ ਪਿਆ, ਕਿ ਵੈਲੋਸਿਟੀ ਜਿਹੜੀ ਉਹ 7/13 ਮੀਟਰ ਪਰ ਸੈਕਿੰਡ ਆ, ਅਤੇ ਜਿਹੜੀ ਸਪੀਡ ਆ ਉਹ ਜਿਹੜੀ ਆ 1 ਮੀਟਰ ਪਰ ਸੈਕਿੰਡ, ਇਸ ਜੋ ਵੀ ਮੈਂ ਪ੍ਰੈਕਟੀਕਲ ਐਗਜ਼ਾਮਪਲ ਲਈ ਉਹਦੇ 'ਚ ਬਣੀ ਹੈਗੀ ਆ। ਸੋ ਸਪੀਡ ਸਕੇਲਰ ਕੁਆਂਟੀ ਆ, ਵੈਲੋਸਿਟੀ ਵੈਕਟਰ ਕੁਆਂਟੀ ਆ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਤੁਸੀਂ ਧਿਆਨ ਰੱਖਣੀਆਂ ਹੈਗੀਆਂ।